मम्मी कम्प्लीटली क्रिटिकल स्टेज पे थी। उनका 90 से ऑक्सीजन दोपहर तक 60 हुआ, 60 से 35 हो गया शाम तक था, क्योंकि मुझे रियलाइज़ हो गया था कि अब आप मम्मी को आईसीयू बेड चाहिए ही चाहिए। तो एक हॉस्पिटल नहीं मिला सर जहाँ पे आपको बेड ही अवेलेबल है, आईसीयू बेड तो बहुत दूर की बात है। लेकिन इंजेक्शन ऐसा होता है कि पूरा लंग्स फाड़ देता है, बहुत दर्द होता है, और मतलब 90% चांस है कि बंदा वापस ना आए, सिर्फ 10% चांस है। इंजेक्शन 100 मिलीग्राम का होता है आइटोजिमोपल। ये मम्मी को 10 ग्राम चढ़ते ही मम्मी ने मोहाली ਦੇ ਸ਼ਮਸ਼ਾਨ ਘਾਟ ਵਿਖੇ ਅਸੀਂ ਪਹੁੰਚੇ ਹਾਂ। ਸ਼ਮਸ਼ਾਨ ਘਾਟ ਜਾ ਕੇ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਕਿ ਜੋ ਹਾਲਾਤ ਨੇ ਇਸ ਟਾਈਮ ਕੀ ਨੇ ਅੰਦਰ ਦੇ ਅੰਤਿਮ ਸੰਸਕਾਰ ਹੁੰਦਾ ਜੋ ਕੋਵਿਡ ਪੇਸ਼ੈਂਟਸ ਦੀ ਬੋਡੀਜ਼ ਦਾ, ਉਹ ਕਿਸ ਤਰੀਕੇ ਦੇ ਨਾਲ ਹੁੰਦਾ ਤੇ ਕੀ ਮਾਹੌਲ ਅੰਦਰ ਕਿਵੇਂ ਦਾ ਮਾਹੌਲ ਹੈ ਤੇ ਕਿੰਨੀ ਕਪੈਸਿਟੀ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀਆਂ ਕਿੰਨੀ ਜਿਹੜੀਆਂ ਬੋਡੀਜ਼ ਲਗਾਤਾਰ ਆ ਰਹੀਆਂ ਜਾ ਰਹੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਗੱਲਬਾਤ ਕਰਾਂਗੇ ਪੰਡਿਤ ਜੀ ਨਾਲ। ਅਜਮੇਰ ਜੀ ਸਾਡੇ ਨਾਲ ਨੇ ਜੋ ਕਿ ਆਪਰੇਟਰ ਨੇ ਇੱਥੇ ਇਲੈਕਟ੍ਰਿਕ ਮਸ਼ੀਨ ਤੇ ਜਿਹੜੇ ਹੋਰ ਕੋਵਿਡ ਪੇਸ਼ੈਂਟਸ ਦੇ ਜਿਹੜੇ ਅੰਤਿਮ ਸੰਸਕਾਰ ਹੁੰਦੇ ਨੇ ਉਹਦੇ ਨਾਲ ਡੀਲ ਕਰਦੇ ਨੇ। ਇਹਨਾਂ ਤੋਂ ਜਾਣਦੇ ਆ ਕਿ ਕੀ ਜਿਹੜੇ ਮੌਜੂਦਾ ਹਾਲਾਤ ਕੀ ਨੇ। ਪੰਡਿਤ ਜੀ ਤੁਸੀਂ ਦੱਸੋ ਕਿ ਐਵਰੇਜ ਰੋਜ਼ ਦੀਆਂ ਕਿੰਨੀ ਡੈੱਡ ਬੋਡੀਜ਼ ਆ ਰਹੀਆਂ, ਜਿਹਦੇ ਵਿੱਚੋਂ ਕੋਵਿਡ ਪੇਸ਼ੈਂਟਸ ਦੀਆਂ ਕਿੰਨੀਆਂ ਤੇ ਇਹ ਕਿੰਨੀ ਕੁ ਦਿੱਕਤ ਆ ਰਹੀ ਹੈ ਮੈਨੇਜ ਕਰਨ ਦੇ ਵਿੱਚ? कोविड दी जी डेली 9-10 बॉडियाँ डेली साढ़े पास आ रही हैं जी। ठीक है, नॉर्मल 6-7 बॉडियाँ, बस डेली 17-18 बॉडियाँ साढ़े पास आ रही हैं जी। एक हफ्ता हो गया, सानू भी टाइम नहीं मिल रहा जी। सवेरे 6 बजे आ जाते हैं, शाम को 7-8 बजे असं घर जाते हो रहे। ठीक है जी, और माहौल इतना ख़राब हो रखा है इस टाइम, भाई एडवांस बुकिंग चल रही है हमारे पास, और परेशान बहुत हो रहे लोग इस चीज़ में। कोविड से बहुत ज़्यादा दिक्कत आ रही है लोगों को, और हमें भी इस चीज़ में दिक्कत आ रही है, क्योंकि देखो हम अगले को एक्स्ट्रा मतलब 1-2 दिन का टाइम दे रहे हैं, उसमें बंदा भी परेशान हो रहा है और हम तो परेशान हैं ही जी। ਪੰਡਿਤ ਜੀ ਕਪੈਸਿਟੀ ਕਿੰਨੀ ਹੈ ਜੇ ਗੱਲ ਕਰੀਏ? ਕਿਉਂਕਿ ਸ਼ਮਸ਼ਾਨ ਘਾਟ ਦੇ 2 ਹਿੱਸਿਆਂ ਦੇ ਵਿੱਚ ਹੁਣ ਕੰਮ ਚੱਲ ਰਿਹਾ। ਇਹ ਕੋਵਿਡ ਪੇਸ਼ੈਂਟਸ ਦੇ ਇਸ ਤਰਫ ਹੋ ਰਹੇ ਨੇ ਅੰਤਿਮ ਸੰਸਕਾਰ, ਜਿਹੜੀ ਨੈਚੁਰਲ ਡੈਥ ਹੈ ਤਾਂ ਉਹ ਦੂਸਰੀ ਤਰਫ ਹੋ ਰਹੇ ਨੇ। ਸੋ ਇੱਥੇ ਇੱਕ ਟਾਈਮ ਤੇ 4 ਕਰ ਰਹੇ ਹੋ ਜਾਂ 5 ਕਰ ਰਹੇ ਹੋ, ਫਿਰ ਪਲੱਸ ਜਿਹੜੀ ਤੁਹਾਡੀ ਇਲੈਕਟ੍ਰਿਕ ਮਸ਼ੀਨ ਹੈ ਉਹਦੇ ਉੱਤੇ ਇੱਕ ਦਿਨ 'ਚ ਕਿੰਨੀ ਹੋ ਸਕਦੀ? ਕਪੈਸਿਟੀ ਦੱਸੋ ਕਿੰਨੀ ਹੈ ਜੀ? ਇਲੈਕਟ੍ਰਿਕ 'ਚ ਅਸੀਂ 4 ਬੋਡੀਆਂ ਕਰ ਸਕਦੇ ਜੀ ਡੇਲੀ ਦੀ। ਲੱਕੜਾਂ 'ਚ ਅਸੀਂ 5 ਬੋਡੀਆਂ ਡੇਲੀ ਲਾ ਸਕਦੇ ਹਾਂ ਜੀ। 9 ਬੋਡੀਆਂ ਡੇਲੀ ਅਸੀਂ ਲਾ ਸਕਦੇ ਹਾਂ। ਅਸੀਂ ਦੱਸਿਆ ਕਿ 9 ਬੋਡੀਆਂ ਦੀ ਇੱਕ ਦਿਨ ਦੀ ਕਪੈਸਿਟੀ ਹੈ ਟੋਟਲ ਮਿਲਾ ਕੇ, ਪਰ 7-8 ਤਾਂ ਆ ਹੀ ਰਹੀਆਂ ਰੋਜ਼ ਦੀਆਂ। ਸੋ ਫਿਲਹਾਲ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਕਪੈਸਿਟੀ ਦੀ ਜੇ ਗੱਲ ਕਰੀਏ, ਪਰ ਜੇ ਹਾਲਾਤ ਹੋਰ ਬੱਤਰ ਹੁੰਦੇ ਆ, ਤੁਹਾਨੂੰ ਲੱਗਦਾ ਕਿ ਫਿਰ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਸਕਦੀ ਹੈ? ਅਗਰ ਜੇ ਇਹ ਜਿਹੜੀ ਬੋਡੀਜ਼ ਹੈਗੀਆਂ ਅੱਜ 7-8 ਆ ਰਹੀਆਂ, ਜੇ ਕੱਲ੍ਹ ਨੂੰ 12-13 ਤੇ ਜਾਂਦੀ ਹੈ ਸੰਖਿਆ, ਤੇ ਪ੍ਰੋਬਲਮ ਆ ਸਕਦੀ? ਪ੍ਰੋਬਲਮ ਆ ਸਕਦੀ ਹੈ ਜੀ ਸਰ। ਫਿਰ ਅਸੀਂ ਨੋਰਮਲ ਜਿੱਥੇ ਸੰਸਕਾਰ ਕਰਦੇ ਹਾਂ ਫਿਰ ਉੱਧਰ ਕਰਨਾ ਪਏਗਾ ਜੀ। ਕੋਈ ਸ਼ਾਰਟੇਜ? ਕਿਉਂਕਿ ਜਿਵੇਂ ਗੱਲਬਾਤ ਅਸੀਂ ਕਰ ਰਹੇ ਸੀ, ਸਾਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਸਟੇਟਾਂ ਦੇ ਵਿੱਚ ਜਗ੍ਹਾ 'ਤੇ ਇਹ ਪ੍ਰੋਬਲਮ ਆ ਰਹੀ ਹੈ ਕਿ ਸ਼ਮਸ਼ਾਨ ਘਾਟ ਵਿੱਚ ਲੱਕੜਾਂ ਪੂਰੀਆਂ ਨਹੀਂ ਹੋ ਰਹੀਆਂ। ਪੇਸ਼ੈਂਟਸ ਨੇ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ, ਉਹਨਾਂ ਦੇ ਫੈਮਿਲੀ ਵਾਲੇ ਆਪ ਲੱਕੜਾਂ ਅਰੇਂਜ ਕਰਕੇ ਲਿਆ ਰਹੇ ਨੇ। ਸੋ ਇੱਥੇ ਕੋਈ ਉਸ ਤਰੀਕੇ ਦੀ ਕੋਈ ਸਮੱਗਰੀ ਦੀ ਕੋਈ ਹਜੇ ਤੱਕ ਕੋਈ ਸ਼ਾਰਟੇਜ ਆ ਰਹੀ ਹੋਵੇ ਜਾਂ ਤੁਹਾਨੂੰ? ਉਰੇ ਕਿਸੇ ਚੀਜ਼ ਦੀ ਦਿੱਕਤ ਨਹੀਂ ਆ ਰਹੀ ਜੀ ਹਲੇ ਤੱਕ। ਠੀਕ ਹੈ, ਬਾਕੀ ਅੱਗੇ ਵਾਲਾ ਮਾਹੌਲ ਸਮਾਂ ਦੇਖਦੇ ਕਿਹਾ ਜਾਂਦਾ ਜੀ। ਕਿੰਨਾ ਕੁ ਜਿਹੜਾ ਜੇ, ਕਿਉਂਕਿ ਇੱਕ ਡੈੱਡ ਬੋਡੀ ਦੇ ਉੱਤੇ ਇੱਕ ਪੀਪੀ ਕਿਟ ਇੱਕ ਬੰਦੇ ਦੀ ਯੂਜ਼ ਹੁੰਦੀ ਹੈ, ਜਾਂ ਹੋਰ ਜਿਹੜੇ ਤੁਸੀਂ ਗਲਵਸ ਵਗੈਰਾ ਪਾਉਂਦੇ ਹੋ, ਪ੍ਰੋਪਰ ਪ੍ਰੀਕਾਸ਼ਨਸ ਲੈਂਦੇ ਹੋ, ਤੇ ਕਿੰਨਾ ਜਿਹੜਾ ਹੈਗਾ ਸ਼ਾਮ ਤੱਕ 5 ਵਜੇ ਤੱਕ ਦੇ ਸਮਾਂ ਜਿਹੜਾ ਹੈਗਾ ਕਿੰਨਾ ਢੇਰ ਲੱਗ ਜਾਂਦਾ ਹੈ? ਪੀਪੀ ਕਿੱਟਾਂ ਦੀ ਗੱਲ ਕਰੀਏ ਜਾਂ ਹੋਰ ਲੱਕੜਾਂ ਦੀ ਲਾਗਤ ਕਿੰਨੀ ਹੋ ਰਹੀ ਹੈ, ਉਹਦਾ ਕੀ ਸਾਰਾ? ਲੱਕੜਾਂ ਦੀ ਇੱਕ ਬੋਡੀ 'ਚ 4 ਕੁਇੰਟਲ ਲੱਕੜਾਂ ਲੱਗਦੀ ਹੈ ਜੀ। ਠੀਕ ਹੈ ਜੀ, ਔਰ 4-5 ਘੰਟੇ ਲੱਗਦੇ ਬੋਡੀ ਸੰਸਕਾਰ ਹੋਣੇ ਨੂੰ ਜੀ। ਇਲੈਕਟ੍ਰਿਕ 'ਚ ਇੱਕ ਬੋਡੀ ਨੂੰ 3 ਘੰਟੇ ਲੱਗਦੇ ਜੀ। ਅਸੀਂ 3 ਘੰਟੇ ਦਾ ਪ੍ਰੋਸੀਜਰ ਰੱਖ ਕੇ ਚੱਲਦੇ, ਫਿਰ ਅੱਗੇ 3 ਘੰਟੇ ਦੇ ਬਾਅਦ ਦੂਜੀ ਬੋਡੀ ਨੂੰ ਟਾਈਮ ਦਿੰਦੇ ਹਾਂ ਜੀ। ਪੰਡਿਤ ਜੀ ਦਿਨ 'ਚ ਕਿੰਨੀ ਤੁਸੀਂ ਡਿਊਟੀ ਕਰ ਰਹੇ ਹੋ? ਤੇ ਕਿਉਂਕਿ ਫਰੰਟ ਲਾਈਨ ਦੇ ਉੱਤੇ ਬਿਲਕੁਲ ਤੁਸੀਂ ਕੰਮ ਕਰ ਰਹੇ ਹੋ ਸਾਰੇ ਜਿਹੜੇ ਵੀ ਸ਼ਮਸ਼ਾਨ ਘਾਟ ਦੇ ਤੁਸੀਂ ਹੈਗੇ ਹੋ ਵਰਕਰ, ਤੇ ਸੋ ਸ਼ਾਮ ਨੂੰ ਜਦੋਂ ਘਰੇ ਜਾਂਦੇ ਹੋ ਰੋਜ਼ ਤੁਸੀਂ ਪੇਸ਼ੈਂਟ ਜਿਹੜੀਆਂ ਕੋਵਿਡ ਬੋਡੀਜ਼ ਦੇ ਨਾਲ ਡੀਲ ਕਰਨਾ, ਫੈਮਿਲੀ ਦੇ ਵਿੱਚ ਕਿਸ ਤਰੀਕੇ ਦਾ ਡਰ ਹੈ, ਉਹ ਸਾਰਾ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ? ਡਰ ਦਾ ਮਾਹੌਲ ਤਾਂ ਹੈ ਹੀ ਜੀ ਸਰ ਬੱਚਿਆਂ ਨੂੰ। ਠੀਕ ਹੈ ਜੀ, ਹੁਣ ਅਸੀਂ ਘਰ ਜਾਂਦੇ ਹਾਂ ਪੂਰਾ ਆਪਣਾ ਉਰੇ ਦੇ ਪੂਰਾ ਸੈਨੀਟਾਈਜ਼ ਕਰਕੇ, ਠੀਕ ਹੈ, ਫਿਰ ਉਰੇ ਦੇ ਘਰ ਜਾਂਦੇ ਜੀ। ਘਰ ਜਾ ਕੇ ਫਿਰ ਨਹਾ ਧੋ ਕੇ ਫਿਰ ਬੱਚਾ ਕੋਲ ਜਾਂਦੇ ਜੀ। ਘਰ ਵੀ ਅਸੀਂ ਸੈਨੀਟਾਈਜ਼ ਰੱਖਿਆ ਹੋਇਆ ਪੂਰਾ ਆਪਣਾ
ਸੈਨੀਟਾਈਜ਼ ਕਰਦੇ ਹਾਂ ਘਰ ਨੂੰ ਜੀ, ਠੀਕ ਹੈ। ਬੱਚਿਆਂ ਨੂੰ ਵੀ ਦੂਰੀ ਰੱਖਦੇ ਹਾਂ ਸਾਡੇ ਤੇ, ਅਸੀਂ ਨਾਲ ਨਹੀਂ ਆਉਣ ਦਿੰਦੇ ਬੱਚਿਆਂ ਨੂੰ ਵੀ। ਇੱਕ ਇਹ ਦੱਸੋ ਕਿ ਜਿਹੜੀ ਤੁਸੀਂ ਦੱਸੇ 7-8 ਜਿਹੜੇ ਰੋਜ਼ ਦੀਆਂ ਬਾਡੀਜ਼ ਆ ਰਹੀਆਂ ਨੇ, ਇਹਨਾਂ ਵਿੱਚੋਂ ਮੋਹਾਲੀ ਜ਼ਿਲ੍ਹੇ ਦੀਆਂ ਕਿੰਨੀਆਂ ਨੇ ਤੇ ਬਾਹਰੋਂ ਕਿੰਨੀਆਂ ਕੁ ਬਾਡੀਜ਼ ਆ ਰਹੀਆਂ ਨੇ? ਕਿਉਂਕਿ ਪੇਸ਼ੈਂਟਸ ਨੂੰ ਅੱਜ ਕੱਲ੍ਹ ਹਾਲਾਤ ਇਸ ਤਰੀਕੇ ਦੇ ਹੋ ਗਏ ਨੇ, ਦੂਰੋਂ ਦੂਰੋਂ ਪੇਸ਼ੈਂਟਸ ਜਿੱਥੇ ਵੀ ਜਗ੍ਹਾ ਮਿਲਦੀ ਹੈ ਹਸਪੀਟਲ ਦੇ ਵਿੱਚ, ਕਿਉਂਕਿ ਬੈੱਡਸ ਦੀ ਕਮੀ ਚੱਲ ਰਹੀ ਹੈ, ਸੋ ਬਾਹਰਲੀਆਂ ਬਾਡੀਜ਼ ਕਿੰਨੀਆਂ ਕੁ ਹੈ? ਬਾਹਰ ਤੇ ਜੀ ਸਿਰਫ 10% ਹੈ ਜੀ, 90% ਹੈ ਪੂਰੇ ਮੋਹਾਲੀ ਜ਼ਿਲ੍ਹੇ ਦੀ। ਮੋਹਾਲੀ ਜ਼ਿਲ੍ਹੇ ਦੀ 90% ਹੈ, ਬਾਹਰ ਦੀ 10% ਹੈ ਜੀ ਸਾਡੇ ਭਾਜੀ। ਮੋਹਾਲੀ ਸ਼ਮਸ਼ਾਨ ਘਾਟ ਦੇ ਉੱਤੇ ਮਤਲਬ ਪਿਛਲੇ ਦਿਨੀ ਕੁਝ ਖਬਰਾਂ ਇਸ ਤਰੀਕੇ ਦੀਆਂ ਦੇਖਣ ਨੂੰ ਮਿਲੀਆਂ, ਤੁਹਾਡੇ ਉੱਪਰ ਇਲਜ਼ਾਮ ਲੱਗ ਰਹੇ ਸੀ ਜਿਹੜੇ ਤੁਸੀਂ ਕੰਮ ਕਰਦੇ ਹੋ ਕਿ ਹਜ਼ਾਰਾਂ 'ਚ 9-9 ਹਜ਼ਾਰ ਰੁਪਏ ਇੱਕ ਸੰਸਕਾਰ ਦੇ ਲਏ ਜਾਂਦੇ ਆ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ, ਲੱਖਾਂ ਦੀ ਕਮਾਈ ਕੀਤੀ ਜਾ ਰਹੀ ਹੈ। ਇਹਦੇ 'ਚ ਕਿੰਨੀ ਕੁ ਸੱਚਾਈ ਹੈ, ਤੁਸੀਂ ਕੀ ਕਹਿਣਾ ਚਾਹੋਗੇ? सच्चाई तो ये है सर, जे ਅਸੀਂ 9,000 रुपये एक बॉडी दे लेंदे हैं तो नॉर्मली आप 10 बॉडियाँ ला लो, 90,000 हो गया। जे ਤੁਹਾਨੂੰ डेली का 90,000 बनया तो 3-9-27 महीने का 27 लाख हो गया। ਅਸੀਂ सरकार के अंडर में है, ठीक है जी। 8,000 रुपये साड़ी सैलरी, 7-8 हज़ार रुपया। फिर तो ਅਸੀਂ जी अफसर के नाले गड्डी खड़ी करूँगे अपनी लिया 4 अपने वर्कर रखूँगे जी। आप ਆਪਾਂ ਕੰਮ नहीं करने के, 4 बंदे रखूँगे नाल, 10-20 हज़ार रुपये सैलरी देवांगे, वो तो भज के काम करूँगे। ਆਪਾਂ ਤਾਂ सिर्फ एंट्री करने वास्ते बैठूँगे जी। बाकी कारपोरेशन दफ्तर अफसरां नूं साडे अफसरां नूं सारा पता है जी। जे अफसरां नूं नहीं पता हुंदा साडे ते कदी दा एक्शन आ जांदा जी उस गल दा। ਤਾਂ ਜੋ ਸੈਲਰੀ ਤੁਹਾਡੀ ਫਿਕਸ ਹੋਈ ਹੈ ਜਾਂ ਜੇ ਗੱਲ ਕਰੀਏ ਰਜਿਸਟ੍ਰੇਸ਼ਨ ਦੀ, ਸੋ ਉਹਦੇ ਤੋਂ ਸੰਤੁਸ਼ਟੀ ਕਿੰਨੀ ਕੁ ਹੈ ਤੁਹਾਨੂੰ? ਕਿਉਂਕਿ ਕੰਮ ਵੀ ਨਾਰਮਲ ਜਿਹੜਾ ਹੁੰਦਾ ਸੀ ਇਹਨਾਂ ਦਿਨਾਂ 'ਚ ਤੁਹਾਡਾ ਜਿਹੜਾ ਕੰਮ ਹੈ ਬੜਾ ਮਤਲਬ ਰਿਸਕੀ ਹੈ ਤੇ ਫਰੰਟ ਲਾਈਨ ਤੇ ਕੰਮ ਕਰ ਰਹੇ ਹੋ, ਕੋਈ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ? प्रशासन तो जी क्या मंग करिए, बस सानू तो ये चाहिए जी भी साडी नौकरी पक्की हो जाए। कल नूं जे सानू कुछ होंदा है साडे बच्चा दा कुछ हो जाए जी, बच्चा दा हीला हो जाए कुछ, बस प्रशासन तो यही मंग है साडी, बाकी कुछ नहीं है। ठीक है जी, बहुत बहुत शुक्रिया जी। डायग्नोस किया, उसमें RT-PCR लिखा उन्होंने। RT-PCR टेस्ट सर मैं कहीं करवा नहीं पाया, कोई सैंपल कलेक्ट नहीं कर रहा था। हर बंदा कह रहा है कि भाई आप सैंपल ले भी लेंगे तो 5 से 6 दिन का टाइम मिलेगा आपको रिज़ल्ट देने में। तो 5 से 6 दिन मतलब कोई हॉस्पिटल मुझे एडमिट नहीं करेगा मम्मी को, क्योंकि बिना RT-PCR के होगा नहीं। तो मैं भगदड़ मच गई मेरे लिए कि भाई RT-PCR हो जाए या रैपिड एंटीजन हो जाए। तो वो सबसे पहले सर करवाया मैंने। उसके बाद सर मैंने उनसे डायग्नोस करवाया, उन्होंने दवाई लिख के दी। दवाई से कुछ खास फ़र्क पड़ा नहीं। फिर मैंने देखा मम्मी की ऑक्सीजन लेवल बहुत तेज़ी से नीचे गिरने लग गई है। फिर मैं हंट पे स्टार्ट हो गया सर कि मैं कैसे भी करके मुझे हॉस्पिटल मिल जाए। मैं एक हॉस्पिटल, दूसरा हॉस्पिटल, तीसरा हॉस्पिटल, जितने पे भी गया सब ने मना कर दिया। गवर्नमेंट हॉस्पिटल में सर जगह थी भी, पता भी किया मैंने, लेकिन जब तक कहीं से सोर्स नहीं लग रहा था वहाँ पे बुकिंग करी नहीं उन्होंने। मम्मी कम्प्लीटली क्रिटिकल स्टेज पे थी, उनका 90 से ऑक्सीजन दोपहर तक 60 हुआ, 60 से 35 हो गया शाम तक। उस टाइम पे सर मुझे एक गुरुद्वारे से कॉल आया कि आप अपनी माता को लेके यहाँ पे आ जाओ, यहाँ पे हम ऑक्सीजन लंगर लगाते हैं, यहाँ पे बिठा दो आप। तो मैंने मम्मी को वहाँ पे बिठाया, पूरी रात वहाँ पे गाड़ी लगा के बैठा रहा मम्मी के साथ। उस बीच में मैं दूसरे बंदों के साथ हॉस्पिटल सर्च में लग गया सर। ये है गाज़ियाबाद इंदिरापुरम गुरुद्वारा। इन्होंने लंगर सेवा स्टार्ट करी है ऑक्सीजन की। उसके बाद सर इस ड्यूरेशन में मैं हॉस्पिटल्स ढूंढ रहा था, क्योंकि मुझे रियलाइज़ हो गया था कि अब आप मम्मी को ICU बेड चाहिए ही चाहिए। तो एक हॉस्पिटल नहीं मिला सर जहाँ पे आपको बेड ही अवेलेबल है, ICU बेड तो बहुत दूर की बात है। तो सर मैंने जितने दोस्त थे सबका दरवाज़ा खटकाया, फिर जाके यहाँ पे चीमा हॉस्पिटल में बेड की अवेलेबिलिटी हुई। तो बेड की अवेलेबिलिटी हुई, मम्मी के वाइटल्स नॉर्मल आ गए, 90 आ गए, लेकिन बहुत देर हो गई थी तब तक ढूंढने में। मैंने 3 दिन वेस्ट कर दिए। इस 3 दिन में लंग्स ख़त्म हो गया और करीबन 90% डैमेज हो गया था लंग्स में। डॉक्टर जी से बात करी, उन्होंने मुझे कहा कि देखो एक ही उपाय है, एक इंजेक्शन है, इससे या तो बच सके, लेकिन इंजेक्शन ऐसा होता है कि ये पूरा लंग्स फाड़ देता है, बहुत दर्द होता है, और मतलब 90% चांस है कि बंदा वापस ना आए, सिर्फ 10% चांस है। आप ढूंढ सकते हो तो ढूंढ लो। पूरे इंडिया में सर पूरे दिन जहाँ जहाँ
पॉसिबल है, हर जगह ढूंढा। मासी को ये तक बोला दुबई से ले आओ, मासी दुबई में मिल रहा था वो। और वो इंजेक्शन सर 30,000 का आता है। 3.5 लाख की कोटेशन दी मुझे फाइनली। 3.5 लाख मैंने डन कर दी थी। उसके बाद मेरे किसी दोस्त ने गवर्नमेंट डिपार्टमेंट से रिक्वेस्ट करके कैसे भी करके उस 30,000 MRP में उसने कर दिया। मेरे पापा को भी कोविड हो रखा है, वो गाज़ियाबाद में अकेले हैं अभी। पहले बहन सेवा कर रही थी, बहन को बोला गया कि उसे लो और आप ट्रैवल करो, लेके आओ यहाँ पे। यहाँ पे 12:30-1 बजे तक रात के बहन पहुँची। वो उसे आइस पैक में संभाल के रखना होता है। बहन को ठंड लग रही थी लेकिन वो एसी के सामने बैठ ही रही, जो मतलब एसी आकार का, जिससे वो मतलब ना हो। 1 बजे आई, इंजेक्शन चढ़ा सर। इंजेक्शन 100 मिलीग्राम का होता है आइटोजिमोपल। ये मम्मी को 10 ग्राम चढ़ते ही मम्मी ने कम्प्लीटली गिव अप कर दिया। कितना डेडली था वो नहीं ले पाई। 4 बजे से लेकर 8 बजे तक उन्होंने स्ट्रगल किया। फाइनल कार्डियक अरेस्ट होके शी कोलैप्स्ड। अब मेरे पास इनकी बॉडी वापस गाज़ियाबाद ले जाने की भी परमिशन नहीं मिल रही। मैं 6 घंटे से परमिशन ढूंढ रहा हूँ। मुझे पता चला वहाँ पे मॉर्चुरी पूरे बुकड हैं। वहाँ पे जो क्रेमेशन सेंटर्स हैं वहाँ पे आपके लकड़ियाँ नहीं हैं, लोग नहीं हैं। लोग क्या कर रहे हैं वहाँ पे 600 किलो 400 किलो बड़ी लकड़ी, 200 किलो छोटी लकड़ी अकेला बंदा खुद इकट्ठा करके ला रहा है क्रेमेट करने के लिए। 6 घंटे 8 घंटे लगा रहा है वो। और यहाँ से वापस जाने की परमिशन नहीं मिली। मम्मी को घर नहीं ले जा पा रहा मैं। पापा देख भी नहीं पाएंगे एक बार भी, शायद यहाँ पे वीडियो कॉल में उनको दिखाऊँ लास्ट टाइम। तो ये सिचुएशन है सर, हेल्पलेस हो गई है मेडिकल सिस्टम कम्प्लीटली दिल्ली NCR की। हमने तो ये पूरा हफ्ता बहुत भुगता है सर, बहुत ज़्यादा। मतलब ये कंप्लीट गवर्नमेंट फेलियर मैं बोल सकता हूँ, मेरे लिए तो यही है। अंतिम संस्कार यहाँ पे बहुत ही काइंडनेस से इन्होंने मुझे 5 बजे का अंतिम संस्कार दे दिया है। मैं अभी करीबन 3.5 दिन से खाना नहीं खाया, 5 दिन से सोया नहीं हूँ मैं। और अगर आज नहीं मिल पाता मुझे तो आज का दिन भी ऐसे निकल जाता। कल फिर परसों मुझे अस्थियाँ लेनी होती मम्मी की। तो आज इन्होंने बहुत काइंडनेस दिखा के मुझे 5 बजे दे दिया ये स्लॉट। और इसके बाद मैं सुबह आके फिर लेके पापा के पास ले जाऊंगा अस्थियाँ। ਮੋਹਾਲੀ ਦੇ ਸ਼ਮਸ਼ਾਨ ਘਾਟ ਦੇ ਤੁਹਾਨੂੰ ਹਾਲਾਤ ਦਿਖਾ ਰਹੇ ਸੀਗੇ ਤੇ ਇੱਥੋਂ ਦੇ ਅਧਿਕਾਰੀ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਕਿ ਇੱਕ ਦਿਨ ਦੀ ਜਿਹੜੀ ਕਪੈਸਿਟੀ ਹੈ 9 ਤੋਂ 10 ਡੈੱਡ ਬੋਡੀਜ਼ ਦਾ ਅੰਤਿਮ ਸੰਸਕਾਰ ਹੋ ਸਕਦਾ ਹੈ, ਜਿਹਦੇ ਵਿੱਚੋਂ 4 ਤੋਂ 5 ਜਿਹੜੀਆਂ ਬਾਹਰ ਗਰਾਊਂਡ ਕੀਤੀਆਂ ਜਾਂਦੀਆਂ। ਇਹਦੇ ਇਲਾਵਾ 3 ਤੋਂ 4 ਜਿਹੜੀਆਂ ਨੇ ਉਹ ਇਲੈਕਟ੍ਰਿਕ ਮਸ਼ੀਨ ਤੇ ਹੁੰਦਾ ਸੰਸਕਾਰ। ਪਰ ਹਜੇ ਤੱਕ ਜਿਹੜੀਆਂ ਬੋਡੀਜ਼ ਰੋਜ਼ ਦੀਆਂ ਆ ਰਹੀਆਂ ਨੇ ਉਹ ਵੀ ਲਗਭਗ 8 ਜਾਂ 9 7 8 9 ਦੇ ਕਰੀਬ ਆ ਰਹੀਆਂ ਨੇ। ਹਾਲਾਂਕਿ ਇਹਨਾਂ ਦਾ ਕਹਿਣਾ ਕਿ ਫਿਲਹਾਲ ਜਿਹੜੀ ਹੈਗੀ ਆ ਸਿਚੁਏਸ਼ਨ ਕਾਬੂ ਦੇ ਵਿੱਚ ਆ, ਪਰ ਅਗਰ ਹਾਲਾਤ ਬੱਤਰ ਹੁੰਦੇ ਨੇ ਤਾਂ ਪ੍ਰੋਬਲਮ ਆ ਸਕਦੀ ਹੈ ਤੇ ਜਿਹੜੇ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਸਕਦੀ ਹੈ ਅਗਰ ਕਪੈਸਿਟੀ ਤੋਂ ਜ਼ਿਆਦਾ ਬੋਡੀਜ਼ ਆਉਣ ਲੱਗਣਗੀਆਂ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਸ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।